ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਐਜੂਕੇਸ਼ਨਲ ਗਾਈਡ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਸਟਰ ਕੇਡਰ ਜੋ ਕਿ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ 6ਵੇਂ ਮਹੀਨੇ ਜਾਂ 7ਵੇਂ ਮਹੀਨੇ ਦੇ ਵਿੱਚ ਆ ਜਾਵੇਗਾ। ਸੋ ਉਸੇ ਹੀ ਤਿਆਰੀ ਦੇ ਨਾਲ ਸੰਬੰਧ ਵਿੱਚ ਅਸੀਂ ਜੋ ਕਿ ਲਗਾਤਾਰ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ। ਸੋ ਇਸੇ ਤਰ੍ਹਾਂ ਅੱਜ ਦਾ ਸਾਡਾ ਟੌਪਿਕ ਹੈ ਪ੍ਰੋਫੈਸਰ ਪੂਰਨ ਸਿੰਘ। ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ। ਸੋ ਗੱਲ ਕਰਦੇ ਹਾਂ ਪੰਜਾਬੀ ਦੇ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ। ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਆਧੁਨਿਕ ਕਾਵਿ ਦੇ ਕਵੀ ਹਨ। ਪ੍ਰੋਫੈਸਰ ਪੂਰਨ ਸਿੰਘ ਜੀ ਆਧੁਨਿਕ ਕਾਵਿ ਦੇ ਕਵੀ ਹਨ। ਆਪ ਕਵੀ ਦੇ ਨਾਲ ਨਾਲ ਰਸਾਇਣਿਕ ਇੰਜੀਨੀਅਰ ਵੀ ਸਨ। ਜੇਕਰ ਸਾਨੂੰ ਪੇਪਰ ਵਿੱਚ ਕੁਐਸਚਨ ਆ ਜਾਂਦਾ ਹੈ ਕਿ ਕਿਹੜਾ ਕਵੀ ਅਜਿਹਾ ਸੀ ਜੋ ਇੱਕ ਕਵੀ ਹੋਣ ਦੇ ਨਾਲ ਨਾਲ ਰਸਾਇਣਿਕ ਇੰਜੀਨੀਅਰ ਵੀ ਸੀ, ਸੋ ਸਾਡਾ ਉਸ ਟਾਈਮ ਆਨਸਰ ਪ੍ਰੋਫੈਸਰ ਪੂਰਨ ਸਿੰਘ ਜੀ ਆਵੇਗਾ। ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਖੁੱਲ੍ਹੀ ਕਵਿਤਾ ਲਿਖਣ ਵਾਲੇ ਦਾ ਸਿਹਰਾ ਦਿੱਤਾ ਜਾਂਦਾ ਹੈ। ਖੁੱਲ੍ਹੀ ਕਵਿਤਾ ਨੂੰ ਰਚਨ ਦਾ ਸ਼ੁਰੂਆਤ ਵੀ ਪ੍ਰੋਫੈਸਰ ਪੂਰਨ ਸਿੰਘ ਜੀ ਵੱਲੋਂ ਕੀਤੀ ਗਈ ਸੀ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਨਮ 17 ਫਰਵਰੀ 1881 ਪਿੰਡ ਸਲਹੱਡ, ਜ਼ਿਲ੍ਹਾ ਐਬਟਾਬਾਦ, ਪੋਠੋਹਾਰ, ਪੱਛਮੀ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਕਰਤਾਰ ਸਿੰਘ ਜੋ ਕਿ ਆਬਕਾਰੀ ਵਿਭਾਗ 'ਚ ਕੰਮ ਕਰਦੇ ਸੀ। ਮਾਤਾ ਦਾ ਨਾਮ ਪਰਮਾ ਦੇਵੀ ਅਤੇ ਪਤਨੀ ਮਾਇਆ ਦੇਵੀ, ਜਿਸ ਨਾਲ ਕਿ 5 ਮਾਰਚ 1904 ਨੂੰ ਉਹਨਾਂ ਨਾਲ ਵਿਆਹ ਹੋਇਆ ਸੀ। ਉਹਨਾਂ ਨੇ ਆਪਣੀ ਸਿੱਖਿਆ 1877 ਵਿੱਚ ਹਾਈ ਸਕੂਲ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ ਅਤੇ 1899 ਵਿੱਚ ਇੰਟਰ DAV ਸਕੂਲ ਵਿੱਚ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। 28 ਸਤੰਬਰ 1900 ਨੂੰ ਟੋਕੀਓ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹਨਾਂ ਨੇ ਜਰਮਨ ਅਤੇ ਜਾਪਾਨੀ ਭਾਸ਼ਾ ਸਿੱਖੀ। ਕਈ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ। ਸੋ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਜਰਮਨ ਅਤੇ ਜਾਪਾਨੀ ਭਾਸ਼ਾ ਦਾ ਗਿਆਨ ਸੀ। ਗੱਲ ਕਰਦੇ ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਰਚਨਾਵਾਂ ਬਾਰੇ। ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਰਚਨਾਵਾਂ ਵਿੱਚੋਂ ਆਜ਼ਾਦੀ ਨਾਲ ਮੋਹ, ਸ਼ੁੱਧਤਾ, ਮਨ ਦੀ ਸਾਦਗੀ, ਆਪ ਮੁਹਾਰੇ ਝਲਕਾਰੇ ਮਾਰਦੀ ਦਿਖਾਈ ਦਿੰਦੀ ਹੈ। ਉਹਨਾਂ ਦੀਆਂ ਰਚਨਾਵਾਂ ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ ਜੋ ਕਿ 1923 ਨੂੰ ਪ੍ਰਕਾਸ਼ਿਤ ਹੋਈ, ਖੁੱਲ੍ਹੇ ਅਸਮਾਨੀ ਰੰਗ 1927 ਨੂੰ ਪ੍ਰਕਾਸ਼ਿਤ ਹੋਈ। ਉਹਨਾਂ ਦੇ ਨਾਵਲ ਪ੍ਰਕਾਸ਼ਨਾ ਅਤੇ ਭਗੀਰਥ ਸੀ। ਉਹਨਾਂ ਦੇ ਨਿਬੰਧ ਜਾਂ ਵਾਰਤਕ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਖੁੱਲ੍ਹੇ ਲੇਖ ਨੇ ਵਾਰਤਕ ਜੋ ਕਿ ਪੰਜਾਬੀ ਸਾਹਿਤ ਦੇ ਝੋਲੀ ਵਿੱਚ ਪਾਇਆ। ਇਸ ਵਿੱਚ ਉਹਨਾਂ ਦੇ 14 ਲੇਖ ਸਨ ਅਤੇ ਪਹਿਲੀ ਵਾਰ 1935 ਵਿੱਚ ਮੈਸਰਜ ਅਤਰ ਚੰਦ ਕਪੂਰ ਐਂਡ ਸੰਸ ਲਾਹੌਰ ਨੇ ਇਸ ਨੂੰ ਪ੍ਰਕਾਸ਼ਿਤ ਕੀਤੀਆਂ। ਆਰਟ ਅਤੇ ਸਿੱਖੀ ਉਹਨਾਂ ਦਾ ਇੱਕ ਹੋਰ ਨਿਬੰਧ ਸੀ। ਕੇਸ ਆਰਟ ਅਤੇ ਸਿੱਖੀ, ਮਾਫ਼ ਕਰਨਾ ਜੀ 2 ਵਾਰ ਲਿਖ ਹੋ ਗਿਆ। ਮਜ਼ਹਬ, ਕੁਦਰਤ ਅਤੇ ਮਨੁੱਖ ਉਹਨਾਂ ਦੀਆਂ ਨਿਬੰਧ ਰਚਨਾਵਾਂ ਸੀ। ਅੱਗੇ ਸਾਡੇ ਕੋਲ ਉਹਨਾਂ ਦੀਆਂ ਕੁਝ ਹਿੰਦੀ ਸਾਹਿਤ ਨਾਲ ਰਿਲੇਟਡ ਰਚਨਾਵਾਂ ਵੀ ਮੌਜੂਦ ਹਨ। ਗੱਲ ਕਰਦੇ ਹਾਂ ਉਹਨਾਂ ਬਾਰੇ। मजदूरी और प्रेम, आचरण की सभ्यता, पवित्रता, कन्यादान, वॉल्ट विटमैन, सच्ची वीरता, नैनो की गंगा, ਇਹ ਸਾਡੇ ਕੋਲ ਹਿੰਦੀ ਰਚਨਾਵਾਂ ਉਹਨਾਂ ਦੀਆਂ
ਮੌਜੂਦ ਹਨ। ਉਹਨਾਂ ਨੇ ਬਹੁਤ ਸਾਰੀਆਂ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ, ਜੋ ਕਿ ਉਹਨਾਂ ਦੀਆਂ ਬਹੁਤ ਹੀ ਹਰਮਨ ਪਿਆਰੀਆਂ ਰਚਨਾਵਾਂ ਸਨ। ਉਹਨਾਂ ਰਚਨਾਵਾਂ ਦੇ ਨਾਮ ਹਨ ਸੋਹਣੀ, ਮੌਲਾ ਸ਼ਾਹ, ਬੌਣੇ ਬੂਟੇ, ਮੋਇਆਂ ਦੀ ਜਾਗ, ਅਬ ਚੱਲੀ ਜੋਤ, ਕਲਾ ਤੇ ਕਲਾਧਾਰੀ ਦੀ ਪੂਜਾ। ਇਹ ਸਨ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਕੁਝ ਵਿਸ਼ੇਸ਼ ਰਚਨਾਵਾਂ, ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਸਿਖਰਾਂ ਉੱਤੇ ਪਹੁੰਚਾ ਦਿੱਤਾ। ਗੱਲ ਕਰਦੇ ਹਾਂ ਪ੍ਰੋਫੈਸਰ ਜੀ ਦੇ ਜੀਵਨ ਝਾਤ ਬਾਰੇ। ਖੁੱਲ੍ਹੀ ਕਵਿਤਾ ਦੀ ਪਹਿਲੀ ਪੁਸਤਕ ਖੁੱਲ੍ਹੇ ਮੈਦਾਨ 1923 ਵਿੱਚ ਪ੍ਰਕਾਸ਼ਿਤ ਹੋਈ, ਜਿਸ ਦੀ ਪਹਿਲੀ ਕਵਿਤਾ ਪੂਰਨ ਨਾਥ ਜੋਗੀ ਹੈ। ਦੇਖੋ, ਸਾਨੂੰ ਇਹ ਕੁਐਸਚਨ ਇਸ ਤਰ੍ਹਾਂ ਆ ਸਕਦਾ ਹੈ ਕਿ ਪਹਿਲੀ ਵਾਰ ਖੁੱਲ੍ਹੀ ਕਵਿਤਾ ਜਿਹੜੀ ਕਿ ਲਿਖੀ ਗਈ ਉਸਦਾ ਨਾਮ ਦੱਸੋ। ਸੋ ਪਹਿਲੀ ਕਵਿਤਾ ਜਿਹੜੀ ਖੁੱਲ੍ਹੀ ਰਚਨਾ ਰਚੀ ਗਈ ਉਸਦਾ ਨਾਮ ਹੈ ਪੂਰਨ ਨਾਥ। ਕਿਸ ਵੱਲੋਂ ਲਿਖੀ ਗਈ? ਪ੍ਰੋਫੈਸਰ ਪੂਰਨ ਸਿੰਘ ਜੀ ਵੱਲੋਂ। ਅਮਰੀਕੀ ਕਵੀ ਵਾਲਟ ਵਿਟਮੈਨ ਦੇ ਪ੍ਰਭਾਵ ਸਦਕਾ ਆਪਣੀ ਪੁਸਤਕ ਵਿੱਚ ਉਹ ਲਿਖਦੇ ਹਨ, ਵਾਲਟ ਵਿਟਮੈਨ ਵਾਜ਼ ਅ ਸਿੱਖ ਬੋਰਨ ਇਨ ਅਮੈਰੀਕਾ। ਉਹ ਕਹਿੰਦੇ ਹਨ ਕਿ ਵਾਲਟ ਵਿਟਮੈਨ ਜੋ ਕਿ ਇੱਕ ਸਿੱਖ ਹੈ ਅਤੇ ਉਹ ਅਮਰੀਕਾ ਵਿੱਚ ਜਨਮਿਆ ਹੈ। ਪੰਜਾਬੀ ਖੁੱਲ੍ਹੀ ਕਵਿਤਾ ਦੀ ਸ਼ੁਰੂਆਤ ਪੂਰਨ ਸਿੰਘ ਦੁਆਰਾ ਵਾਲਟ ਵਿਟਮੈਨ ਦੀ ਕਵਿਤਾ ਦੀ ਪ੍ਰੇਰਨਾ ਸਦਕਾ ਹੀ ਲਿਖਣੀ ਸ਼ੁਰੂ ਕੀਤੀ। ਇਸ ਵਿੱਚੋਂ ਕੁਐਸਚਨ ਇਹ ਨਿਕਲਦਾ ਹੈ ਕਿ ਪੂਰਨ ਸਿੰਘ ਜੀ ਨੇ ਕਿਸ ਦੇ ਪ੍ਰਭਾਵ ਅਧੀਨ ਜਾਂ ਕਿਸ ਦੀ ਪ੍ਰੇਰਨਾ ਸਦਕਾ ਖੁੱਲ੍ਹੀ ਕਵਿਤਾ ਲਿਖਣੀ ਸ਼ੁਰੂ ਕੀਤੀ? ਸੋ ਉਸ ਦਾ ਉੱਤਰ ਹੈ ਵਾਲਟ ਵਿਟਮੈਨ। ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਕਵਿਤਾਵਾਂ ਦਾ ਸੰਪਾਦਨ ਮਹਿੰਦਰ ਸਿੰਘ ਰੰਧਾਵਾ ਵੱਲੋਂ ਪੂਰਨ ਸਿੰਘ ਜੀ ਦੀ ਜੀਵਨ ਤੇ ਕਵਿਤਾ ਨਾਂ ਹੇਠ ਸੰਪਾਦਿਕ ਇਸ ਨੂੰ ਕਰਵਾਇਆ ਗਿਆ। ਮਹਿੰਦਰ ਸਿੰਘ ਰੰਧਾਵਾ ਵੱਲੋਂ ਪੂਰਨ ਸਿੰਘ ਦੇ ਜੀਵਨ ਤੇ ਕਵਿਤਾ ਦੇ ਨਾਮ ਹੇਠ ਇਸ ਨੂੰ ਸੰਪਾਦਨ ਕਰਵਾਇਆ ਗਿਆ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਕੀਤੇ। ਹਰ ਇੱਕ ਕੰਮ ਤੋਂ ਉਹਨਾਂ ਨੇ ਇੱਕ ਸਿੱਖ ਪ੍ਰਾਪਤ ਕੀਤੀ। ਉਹਨਾਂ ਨੇ ਤਕਰੀਬਨ ਹਰ ਵਿਭਾਗ ਵਿੱਚ ਨੌਕਰੀ ਕੀਤੀ ਅਤੇ ਉਸ ਨੂੰ ਉਹਨਾਂ ਨੇ ਆਪਣੇ ਜੀਵਨ ਵਿੱਚ ਗ੍ਰਾਈਂਡ ਕੀਤਾ। ਸਭ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਈਸ਼ਰ ਦਾਸ ਅਤੇ ਰਾਏ ਬਹਾਦਰ ਸ਼ਿਵ ਨਾਲ ਮਿਲ ਕੇ ਤੇਲਾਂ ਦੀ ਆਬਕਾਰੀ ਭੱਠੀ ਲਾਈ, ਜਿੱਥੇ ਲੈਮਨ, ਫੈਨਲ ਅਤੇ ਥਾਈਮੋਲ ਆਇਲ ਬਣਾਉਣੇ ਸ਼ੁਰੂ ਕੀਤੇ। ਉਹਨਾਂ ਨੇ ਭਾਈਵਾਲਤਾ ਦੀ ਧੋਖੇਬਾਜ਼ੀ ਕਾਰਨ ਉਹਨਾਂ ਨਾਲ ਕੰਮ ਕਰਨਾ ਛੱਡ ਦਿੱਤਾ ਅਤੇ ਭੱਠੀਆਂ ਢਾਹ ਕੇ ਰਾਮ ਤੀਰਥ ਦੇ ਚੇਲੇ ਜੋਤੀ ਸਰੂਪ ਕੋਲ ਦੇਹਰਾਦੂਨ ਚਲੇ ਗਏ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਈਸ਼ਰ ਦਾਸ ਅਤੇ ਈਸ਼ਰ ਦਾਸ ਤੇ ਰਾਏ ਬਹਾਦਰ ਸ਼ਿਵ ਨਾਲ ਮਿਲ ਕੇ ਤੇਲਾਂ ਦੀ ਆਬਕਾਰੀ ਭੱਠੀ ਚਲਾਈ। ਬਹੁਤ ਵਾਰੇ ਕੁਐਸਚਨ ਆ ਜਾਂਦਾ ਹੈ। ਲਾਹੌਰ ਵਿੱਚ ਥੰਡਰਿੰਗ ਦਾਨ ਪੱਤਰਿਕਾ ਦੀ ਵੀ ਇਹਨਾਂ ਨੇ ਫਿਰ ਸ਼ੁਰੂਆਤ ਕੀਤੀ ਸੀ। ਦਸੰਬਰ 1904 ਵਿੱਚ ਵਿਕਟੋਰੀਆ ਡਾਇਮੰਡ ਜੁਬਲੀ ਟੈਕਨੀਕਲ ਇੰਸਟੀਚਿਊਟ ਵਿੱਚ ਪ੍ਰਿੰਸੀਪਲ ਬਣ ਕੇ ਆਪ ਲਾਹੌਰ ਪਰਤੇ। ਦੇਹਰਾਦੂਨ ਤੋਂ ਆਪ 1904 ਨੂੰ ਲਾਹੌਰ ਵਿੱਚ ਵਾਪਸ ਪਰਤ ਆਏ। ਨਵੰਬਰ 1906 ਵਿੱਚ ਪ੍ਰਿੰਸੀਪਲ ਦੀ ਨੌਕਰੀ ਛੱਡ ਕੇ ਡੋਈਵਾਲਾ, ਜੋ ਕਿ ਦੇਹਰਾਦੂਨ ਵਿੱਚ ਹੈ, ਉੱਥੇ ਇੱਕ ਸਾਬਣ ਦਾ ਕਾਰਖਾਨਾ ਲਗਾਇਆ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਫੋਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿੱਚ ਕੈਮਿਸਟ ਦੀ ਨੌਕਰੀ ਕਰ ਲਈ, ਜਿੱਥੋਂ ਕਿ ਉਹ 1918 ਵਿੱਚ ਉਹਨਾਂ ਨੂੰ ਰਿਟਾਇਰਮੈਂਟ ਮਿਲ ਗਈ ਸੀ। 1923-1924 ਵਿੱਚ ਸੁੰਦਰ ਸਿੰਘ ਮਜੀਠੀਆ ਦੀ ਖੰਡ ਮਿੱਲ ਵਿੱਚ ਵੀ ਉਹਨਾਂ ਨੇ ਕੰਮ ਕੀਤਾ।
1928 ਵਿੱਚ ਆਪਣੀ ਸਰਕਾਰ ਤੋਂ ਲੀਜ਼ 'ਤੇ ਮਿਲੀ ਹੋਈ ਪਲਾਟ ਉੱਪਰ ਉਹਨਾਂ ਨੇ ਰੋਚਾ ਘਾਹ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜੋ ਕਿ ਬਹੁਤ ਹੜ੍ਹ ਆਉਣ ਦੇ ਨਾਲ ਰੁੜ ਗਈ, ਜਿਸ ਦੇ ਨਾਲ ਉਹਨਾਂ ਨੂੰ ਕਾਫੀ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ। ਬਹੁਤ ਇੰਪੋਰਟੈਂਟ ਕੁਐਸਚਨ ਹੈ। 1928 ਵਿੱਚ ਉਹਨਾਂ ਨੇ ਲੀਜ਼ 'ਤੇ ਮਿਲੀ ਹੋਈ ਜ਼ਮੀਨ ਉੱਪਰ ਰੋਚਾ ਘਾਹ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅੰਤ ਵਿੱਚ ਗੱਲ ਕਰਦੇ ਉਹਨਾਂ ਦੇ ਅੰਤਿਮ ਸਮੇਂ ਬਾਰੇ। 1930 ਵਿੱਚ ਤਪਦਿਕ ਦੇ ਬੁਖਾਰ ਕਾਰਨ ਉਹ ਕਾਫੀ ਲੰਮਾ ਸਮਾਂ ਬਿਮਾਰ ਰਹੇ। ਅੰਤ ਉਹ 31 ਮਾਰਚ 1931 ਨੂੰ ਦੇਹਰਾਦੂਨ ਵਿੱਚ ਉਹ ਸਵਰਗਵਾਸ ਹੋ ਗਏ। ਸੋ ਇਹ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਪੂਰੀ ਜਾਣਕਾਰੀ। ਸੋ ਸਾਡੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ, ਅਤੇ ਸਾਡੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।